अस्सलाम वालेकुम। पुराने दौर ਦੇ ਵਿੱਚ ਜਿਹੜੇ ਬਾਦਸ਼ਾਹ ਹੁੰਦੇ ਸੀ ਉਹਨਾਂ ਨੂੰ ਸ਼ਿਕਾਰ ਦਾ ਬੜਾ ਸ਼ੌਕ ਹੁੰਦਾ ਸੀ। ਇਸ ਤਰ੍ਹਾਂ ਹੀ ਇੱਕ ਬਾਦਸ਼ਾਹ ਸੀ, ਉਹ ਸ਼ਿਕਾਰ ਵਾਸਤੇ ਚਲਾ ਗਿਆ ਤੇ ਸਾਰਾ ਦਿਨ ਉਹ ਸ਼ਿਕਾਰ ਕਰਦਾ ਰਿਹਾ। ਸ਼ਿਕਾਰ ਕਰਦਿਆਂ ਕਰਦਿਆਂ ਉਹਨੂੰ ਸਾਰਾ ਦਿਨ ਜਿਹੜਾ ਉੱਥੇ ਲੱਗ ਗਿਆ ਤੇ ਸੂਰਜ ਗਰੂਬ ਹੋ ਗਿਆ, ਅੰਧੇਰਾ ਛਾ ਗਿਆ ਤੇ ਉਹ ਵਾਪਸ ਨਹੀਂ ਸੀ ਆ ਸਕਦਾ। ਉਹਨੇ ਇਰਦ ਗਿਰਦ ਦੇਖਿਆ ਲੇਕਿਨ ਉੱਥੇ ਉਹਨੂੰ ਕੋਈ ਆਬਾਦੀ ਦਾ ਨਾਮੋ ਨਿਸ਼ਾਨ ਨਜ਼ਰ ਨਾ ਆਇਆ। ਉਹ ਬੜਾ ਪਰੇਸ਼ਾਨ ਹੋਇਆ। ਉਹਨੂੰ ਦੂਰ ਇੱਕ ਜਗ੍ਹਾ ਤੇ ਰੋਸ਼ਨੀ ਹੁੰਦੀ ਨਜ਼ਰ ਆਈ। ਉਹਨੇ ਆਪਣੇ ਘੋੜੇ ਦਾ ਰੁਖ ਉੱਧਰ ਨੂੰ ਕਰ ਦਿੱਤਾ ਤੇ ਜਾ ਕੇ ਉਹਨੇ ਵੇਖਿਆ। ਉਹਨੇ ਦੇਖਿਆ ਵੀ ਇੱਕ ਥਾਂ ਤੇ ਇੱਕ ਛੋਟੀ ਜਿਹੀ ਕੁੱਲੀ ਏ ਤੇ ਕੁੱਲੀ ਦੇ ਵਿੱਚ ਦੋ ਜਿਹੜੇ ਨੇ ਬਾਬਾ ਜੀ ਤੇ ਇੱਕ ਅੰਮਾ ਜੀ ਰਹਿੰਦੇ ਨੇ ਤੇ ਉਹ ਆਪਣਾ ਜਿਹੜਾ ਨਾ ਆਰਾਮ ਕਰ ਰਹੇ ਨੇ। ਬਾਦਸ਼ਾਹ ਨੇ ਉਹਨਾਂ ਕੋਲੋਂ ਇਜਾਜ਼ਤ ਲਈ। ਉਹਨਾਂ ਨੂੰ ਕਿਹਾ ਵੀ ਮੈਂ ਇੱਕ ਮੁਸਾਫਰ ਹਾਂ ਤੇ ਮੈਂ ਰਾਤ ਗੁਜ਼ਾਰਨੀ ਹੈ, ਤੁਹਾਡੇ ਕੋਲ ਰਾਤ ਗੁਜ਼ਾਰਨਾ ਚਾਹਨਾ ਤੇ ਮੈਨੂੰ ਇਜਾਜ਼ਤ ਦਿੱਤੀ ਹੈ। ਉਹ ਬਾਬਾ ਜੀ ਨੇ ਕਿਹਾ ਵੀ ਸਾਡੇ ਵਾਸਤੇ ਤੇ ਇਹ ਬੜੀ ਖੁਸ਼ੀ ਦਾ ਮੁਕਾਮ ਹੈ। ਅਸੀਂ ਕਈਆਂ ਸਾਲਾਂ ਤੋਂ ਇੰਤਜ਼ਾਰ ਕਰਨੇ ਪਏ ਵੀ ਸਾਡੇ ਕੋਲ ਵੀ ਕਦੀ ਕੋਈ ਮਹਿਮਾਨ ਆਵੇ ਤੇ ਅਸੀਂ ਉਹਦੀ ਖਿਦਮਤ ਕਰੀਏ। ਬਾਬਾ ਜੀ ਨੇ ਬੜੀ ਖੁਸ਼ੀ ਨਾਲ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਤੇ ਬਾਦਸ਼ਾਹ ਨੇ ਉੱਥੇ ਰਾਤ ਗੁਜ਼ਾਰੀ। ਸੁਬਹ ਦਾ ਜਦੋਂ ਵਕਤ ਹੋਇਆ, ਬਾਬਾ ਜੀ ਜਿਹੜੇ ਨੇ ਉਹਨਾਂ ਨੇ ਬਾਦਸ਼ਾਹ ਨੂੰ ਨਾਸ਼ਤਾ ਕਰਾਇਆ ਲੇਕਿਨ ਬਾਬਾ ਜੀ ਨੂੰ ਇਹ ਪਤਾ ਨਹੀਂ ਸੀ ਵੀ ਇਹ ਬਾਦਸ਼ਾਹ ਹੈ। ਬਾਦਸ਼ਾਹ ਨੇ ਆਪ ਖੁਦ ਦੱਸਿਆ ਵੀ ਮੈਂ ਬਾਦਸ਼ਾਹ, ਤੇ ਉਹਨੇ ਆਪਣੇ ਹੱਥ ਦੇ ਵਿੱਚੋਂ ਇੱਕ ਅੰਗੂਠੀ ਜਿਹੜੀ ਜਿਹਦੇ ਨਾਲ ਉਹ ਮੋਹਰ ਲਾਉਂਦਾ ਹੁੰਦਾ ਸੀ ਉਹ ਕੱਢ ਕੇ ਤੇ ਬਾਬਾ ਜੀ ਨੂੰ ਦੇ ਦਿੱਤੀ। ਕਿਹਾ ਵੀ ਇਹ ਤੁਸੀਂ ਮੇਰੀ ਇੱਕ ਨਿਸ਼ਾਨੀ ਰੱਖ ਲਓ। ਬਾਦਸ਼ਾਹ ਨੇ ਕਿਹਾ ਵੀ ਜਦੋਂ ਕਦੀ ਤੁਹਾਨੂੰ ਕੋਈ ਕੰਮ ਪਵੇ ਤੇ ਤੁਸੀਂ ਮੇਰੇ ਦਰਬਾਰ ਦੇ ਵਿੱਚ ਆ ਜਾਣਾ ਤੇ ਜਿਹੜਾ ਮੇਰਾ ਦਰਬਾਨ ਬੈਠਾ ਹੋਵੇਗਾ ਉਹਨੂੰ ਇਹ ਅੰਗੂਠੀ ਦਿਖਾਉਣੀ ਹੈ ਤੇ ਜਦੋਂ ਤੁਸੀਂ ਉਹਨੂੰ ਅੰਗੂਠੀ ਦਿਖਾਓਗੇ ਤੇ ਉਹ ਦਰਬਾਨ ਤੁਹਾਨੂੰ ਜਲਦੀ ਨਾਲ ਮੇਰੇ ਕੋਲ ਪਹੁੰਚਾ ਦੇਗਾ। ਕੁਝ ਵਕਤ ਗੁਜ਼ਰਨ ਤੋਂ ਬਾਅਦ ਬਾਬਾ ਜੀ ਨੂੰ ਕੋਈ ਕੰਮ ਪਿਆ ਤੇ ਉਹਦੇ ਦਿਲ ਦੇ ਵਿੱਚ ਆਈ ਵੀ ਮੇਰੇ ਕੋਲੋਂ ਇੱਕ ਬਾਦਸ਼ਾਹ ਦੀ ਅੰਗੂਠੀ ਹੈ ਤੇ ਮੈਂ ਉਹ ਲੈ ਕੇ ਤੇ ਬਾਦਸ਼ਾਹ ਦੇ ਕੋਲ ਜਾਵਾਂ ਤੇ ਉਹਨੂੰ ਆਪਣਾ ਕੰਮ ਦੱਸਾਂ। ਉਹ ਅੰਗੂਠੀ ਲੈ ਕੇ ਤੇ ਬਾਦਸ਼ਾਹ ਦੇ ਮਹਿਲ ਦੇ ਦਰਵਾਜ਼ੇ ਤੇ ਪਹੁੰਚ ਗਿਆ ਤੇ ਦਰਵਾਜ਼ੇ ਦੇ ਸਾਹਮਣੇ ਦਰਬਾਨ ਬੈਠਾ ਸੀ ਤੇ ਬਾਬਾ ਜੀ ਨੇ ਉਹ ਜਿਹੜੀ ਬਾਦਸ਼ਾਹ ਦੀ ਅੰਗੂਠੀ ਸੀ ਉਹਨੂੰ ਦਰਬਾਨ ਨੂੰ ਦਿੱਤੀ ਤੇ ਉਹਨੂੰ ਕਿਹਾ ਵੀ ਮੈਂ ਬਾਦਸ਼ਾਹ ਨੂੰ ਮਿਲਣਾ ਚਾਹਨਾ। ਦਰਬਾਨ ਨੇ ਉਹ ਅੰਗੂਠੀ ਵੇਖੀ ਤੇ ਜਾ ਕੇ ਬਾਦਸ਼ਾਹ ਨੂੰ ਵਹਾਈ। ਕਿਹਾ ਵੀ ਇਹ ਇੱਕ ਆਦਮੀ ਆਇਆ ਹੈ, ਉਹਦੇ ਕੋਲ ਇਹ ਅੰਗੂਠੀ ਹੈ ਤੇ ਉਹ ਕਹਿੰਦਾ ਹੈ ਵੀ ਜਾ ਕੇ ਬਾਦਸ਼ਾਹ ਨੂੰ ਅੰਗੂਠੀ ਦੇ ਦੇਵੋ ਤੇ ਮੈਂ ਮਿਲਣਾ ਚਾਹਨਾ। ਬਾਦਸ਼ਾਹ ਨੇ ਜਦੋਂ ਦੇਖਿਆ ਵੀ ਉਹ ਅੰਗੂਠੀ ਤਾਂ ਉਹੋ ਹੀ ਸੀ ਵੀ ਜਿਹੜੀ ਉਹ ਇੱਕ ਬਾਬਾ ਜੀ ਨੂੰ ਅਮਾਨਤ ਦੇ ਕੇ ਆਇਆ ਸੀ ਨਿਸ਼ਾਨੀ ਦੇ ਤੌਰ ਤੇ ਬਾਦਸ਼ਾਹ ਨੇ ਕਿਹਾ ਵੀ ਚਲੋ ਜਾਓ ਉਹਨੂੰ ਅੰਦਰ ਲੈ ਆ। ਜਦੋਂ ਇਹ ਬਾਬਾ ਜੀ ਅੰਦਰ ਗਏ ਤੇ ਜਾ ਕੇ ਵੇਖਿਆ ਬਾਦਸ਼ਾਹ ਸਲਾਮਤ ਜਿਹੜੇ ਨੇ ਉਹ ਨਮਾਜ਼ ਪੜ੍ਹਦੇ ਸੀ ਪਏ ਤੇ ਇਹ ਬਾਬਾ ਜੀ ਇੰਤਜ਼ਾਰ ਕਰਦੇ ਰਹੇ। ਬਾਦਸ਼ਾਹ ਨੇ ਜਦੋਂ ਸਲਾਮ ਫੇਰਿਆ ਤੇ ਉਸ ਤੋਂ ਬਾਅਦ ਜਿਹੜਾ ਨਾ ਅੱਲਾ ਅੱਗੇ ਆਪਣੀ ਦੁਆ ਜਿਹੜੀ ਹੈ ਨਾ ਉਹ ਮੰਗਣ ਲੱਗ ਪਿਆ ਤੇ ਦੁਆ ਜਿਹੜੀ ਨੇ ਕਾਫੀ ਲੰਬੀ ਹੋ ਗਈ ਤੇ ਉਹ ਬਾਬਾ ਜੀ ਨੇ ਵੇਖਿਆ ਵੀ ਬਾਦਸ਼ਾਹ ਸਲਾਮਤ ਕਹਿੰਦੇ ਸੀ ਵੀ ਮੈਂ ਤੁਹਾਡੀ ਜ਼ਰੂਰਤ ਪੂਰੀ ਕਰਦਿਆਂ ਦਾ, ਲੇਕਿਨ ਇਹ ਬਾਦਸ਼ਾਹ ਸਲਾਮਤ ਤੇ ਅੱਗੋਂ ਜਿਹੜੇ ਨੇ ਕਿਸੇ ਹਸਤੀ ਕੋਲੋਂ ਮੰਗਦੇ ਨੇ ਪਏ ਤੇ ਜਿਹੜੀ ਹਸਤੀ ਕੋਲੋਂ ਇਹ ਮੰਗਦੇ ਨੇ ਪਏ ਉਹਦੇ ਕੋਲੋਂ ਤਾਂ ਮੈਂ ਵੀ ਮੰਗ ਸਕਣਾ। ਉਹ ਬਾਦਸ਼ਾਹ ਦੀ ਦੁਆ ਇਹ ਮੁਕੰਮਲ ਨਹੀਂ ਸੀ ਹੋਈ ਤੇ ਉਹ ਬਾਬਾ ਜੀ ਜਿਹੜੇ ਨੇ ਉਹ ਵਾਪਸੀ ਚੱਲ ਪਏ ਤੇ ਰਸਤੇ ਦੇ ਵਿੱਚ ਜਦੋਂ ਦਰਬਾਨ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਵਾਪਸ ਕਿਉਂ ਆ ਗਏ ਜੇ ਇੰਨੀ ਜਲਦੀ, ਤੇ ਉਹ ਆਦਮੀ ਨੇ ਕਿਹਾ ਵੀ ਮੈਂ ਬਾਦਸ਼ਾਹ ਦੇ ਕੋਲ ਗਿਆ ਸਾਂ ਤੇ ਮੈਂ ਆਪਣਾ ਕੰਮ ਕਰ ਲਿਆ ਤੇ ਹੁਣ ਮੈਂ ਵਾਪਸ ਜਾ ਰਿਹਾ। ਉਹ ਬਾਦਸ਼ਾਹ ਸਲਾਮਤ ਨੇ ਜਦੋਂ ਦੁਆ ਮੁਕੰਮਲ ਕੀਤੀ ਤੇ ਦੇਖਿਆ ਵੀ ਉਹ ਆਦਮੀ ਤਾਂ ਉੱਥੇ ਮੌਜੂਦ ਨਹੀਂ ਦਾ ਤੇ ਦਰਬਾਨ ਨੂੰ ਆਣ ਕੇ ਪੁੱਛਿਆ ਵੀ ਉਹ ਮਹਿਮਾਨ ਕਿੱਥੇ ਦਾ। ਉਹ ਦਰਬਾਨ ਨੇ ਦੱਸਿਆ ਵੀ ਉਹ ਬਾਬਾ ਜੀ ਜਿਹੜੇ ਨੇ ਉਹ ਤਾਂ ਚਲੇ ਗਏ ਨੇ ਤੇ ਬਾਦਸ਼ਾਹ ਨੇ ਕਿਹਾ ਵੀ ਜਲਦੀ ਜਲਦੀ ਦੌੜ ਤੇ ਉਹਨੂੰ ਵਾਪਸ ਲੈ ਕੇ ਆ। ਦਰਬਾਨ ਦੌੜਿਆ, ਉਸ ਮਹਿਮਾਨ ਨੂੰ ਲੱਭਦਾ ਰਿਹਾ। ਜਿੱਥੇ ਉਹ ਲੱਭ ਗਏ ਤੇ ਉਹਨੇ ਜਿਹੜਾ ਨਾ ਉਹਨੂੰ ਵਾਪਸੀ ਲਿਆਂਦਾ ਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ। ਬਾਦਸ਼ਾਹ ਨੇ ਉਹਨੂੰ ਪੁੱਛਿਆ ਵੀ ਬਾਬਾ ਜੀ ਤੁਸੀਂ ਇੰਤਜ਼ਾਰ ਵੀ ਨਹੀਂ ਕੀਤਾ ਮੇਰੀ ਦੁਆ ਦਾ ਮੁਕੰਮਲ ਹੋਣ ਦਾ ਤੇ ਤੁਸੀਂ ਕਿਉਂ ਗਏ ਜੇ, ਤੁਹਾਨੂੰ ਕੀ ਕੰਮ ਸੀ। ਬਾਦਸ਼ਾਹ ਨੇ ਜਦੋਂ ਇਹ ਪੁੱਛਿਆ ਉਹਨੂੰ ਤੇ ਬਾਬਾ ਜੀ ਨੇ ਕਿਹਾ ਉਹ ਜਿਹੜੀ ਹਸਤੀ ਕੋਲੋਂ ਤੂੰ ਮੰਗਣਾ ਹੈ ਪਿਆ ਤੇ ਉਸੇ ਹਸਤੀ ਕੋਲੋਂ ਤਾਂ ਮੈਂ ਆਪ ਮੰਗ ਲਵਾਂਗਾ। अस्सलाम वालेकुम।